ਕੰਪਲੈਕਸ ਨੰਬਰਸ। ਅਸੀਂ ਅੱਜ ਨਾ ਤੁਹਾਡਾ ਇਹ ਚੈਪਟਰ ਜਿਹੜਾ ਹੈ ਕੰਪਲੈਕਸ ਨੰਬਰ ਸ਼ੁਰੂ ਕਰ ਜਸਟ ਸਟਾਰਟ ਕਰਾਂਗੇ, ਬਹੁਤਾ ਅੱਗੇ ਲੰਬਾ ਨਹੀਂ ਜਾਂਦੇ, ਥੋੜਾ ਥੋੜਾ ਕਰਕੇ ਕਰਾਂਗੇ। ਤੁਸੀਂ ਸਾਰਿਆਂ ਨੇ ਨੰਬਰ ਸਿਸਟਮ ਪੜਿਆ ਹੋਇਆ ਹੈ ਨਾ, ਸੈਟ ਆਫ ਨੈਚੁਰਲ ਨੰਬਰਸ। ਕੀ ਹੁੰਦੇ ਸੈਟ ਆਫ ਨੈਚੁਰਲ ਨੰਬਰਸ? ਪਹਿਲਾਂ ਮੈਂ ਤੁਹਾਡਾ ਰਿਵਾਈਜ਼ ਕਰਦੀ ਸੀ। ਸੈਟ ਆਫ ਨੈਚੁਰਲ ਨੰਬਰਸ ਕੀ ਹੁੰਦੇ? all of you know is 1 2 3 and so on. Then whole numbers, you know, it is बस zero शुरू हो जाता है, zero तो। Then you have set of integers. Integers ਨੂੰ ਅਸੀਂ z ਨਾਲ ਵੀ ਡਿਨੋਟ ਕਰਦੇ ਨੇ, i ਨਾਲ ਵੀ ਡਿਨੋਟ ਕਰਦੇ ਨੇ। ਇਹ ਸਾਡਾ ਹੁੰਦਾ ਸੈਟ। ਇੰਟੀਜ਼ਰਸ ਕੀ ਹੁੰਦੇ? ਇਹਦੇ ਵਿੱਚ ਨੈਗੇਟਿਵ ਨੰਬਰਸ ਵੀ ਹੁੰਦੇ ਸਾਡੇ ਕੋਲ, 0 1 2 3 so on, -1 -2 -3 so on। ਆਉਲੇ ਵੀ ਇਹ ਸਾਡਾ ਇੰਟੀਜ਼ਰਸ ਆ ਜਾਂਦੇ ਆ। ਫਿਰ ਤੁਹਾਡੇ ਕੋਲ ਕਿਹੜੇ ਰੈਸ਼ਨਲ ਨੰਬਰਸ? ਰੈਸ਼ਨਲ ਨੰਬਰਸ ਕਿਹੜੇ ਹੁੰਦੇ? which are of the type p by q, where p q are integers and q is not zero। रैशनल नंबर्स होंगे थोड़े है ना। सो वही कलर रिपीटेड, मैं ज्यादा टाइम नहीं लगा रहा बिकॉज़ ऑल ऑफ यू नो रैशनल नंबर्स ਦੀ ਇੱਕ ਹੋਰ ਡੈਫੀਨੇਸ਼ਨ ਵੀ ਹੁੰਦੀ ਸੀ। ਐਨੀਬਾਡੀ ਨੋਸ? ਰੈਸ਼ਨਲ ਨੰਬਰ ਦੀ ਹੋਰ ਡੈਫੀਨੇਸ਼ਨ ਹੁੰਦੀ ਸੀ। A number is said to be, मैं ना अगे तो said to be ਨੂੰ st भी लिखा करूँगा शॉर्ट ਦੇ ਵਿੱਚ। said to be a rational number if what happens? Rational if its decimal expansion ਨਾਲ ਇੱਕ ਰਿਜ਼ਲਟ ਸੀਗਾ ਸਾਡਾ। decimal expansion definition ਇਹ ਸੀ terminating या फिर repeating भी हो सकती है। हाँ, is either terminating or repeating। so ज्यादा terminating होंगी या repeating, दोनों चो एक चीज हो जाएगी, दोनों चीज नहीं आई है। तो irrational numbers ਨੂੰ ਅਸੀਂ IR ਨਾਲ ਡਿਨੋਟ ਕਰਦੇ ਨੇ, set of irrational numbers, the real numbers which cannot be written in the form p by q। जनरली किस तरह ਦੇ ਹੁੰਦੇ ਸਾਡੇ ਕੋਲ irrational numbers? ਜਿਹੜੇ रूट ਵਗੈਰਾ ਦੇ ਹੁੰਦੇ, ਜਿਸ ਤਰ੍ਹਾਂ √2 ਹੈ, √3 ਹੈ, ਜਾਂ ਕਿਊਬ ਰੂਟ ਵੀ ਹੋ ਸਕਦੇ ਆ, ਫੋਰਥ ਰੂਟਸ ਵੀ ਹੋ ਸਕਦੇ ਆ, ਜਿਹੜੇ ਕੰਪਲੀਟ ਨਹੀਂ ਹੈਗੇ ਰੂਟ ਜਿਨ੍ਹਾਂ ਦਾ ਆਉਂਦਾ ਸਾਡੇ ਕੋਲ, ਉਹ ਵਾਲੇ ਨੰਬਰਸ ਇਸ ਤਰ੍ਹਾਂ ਦੇ ਪਲੱਸ ਮਾਈਨਸ। ਇਹ ਸਾਰੇ ਨੰਬਰਸ ਜਿਹੜੇ ਨੇ ਸਾਡੇ, ਇਹਨੂੰ ਕੀ ਕਹਿੰਦੇ ਅਸੀਂ? ਇਰਰੈਸ਼ਨਲ। ਇੱਕ ਚੀਜ਼ ਹੋਰ ਨੋਟ ਕਰੋ, ਮੈਂ ਨਾ ਸਾਰੇ ਜਿਹੜੇ ਸੈਟ ਆਫ ਨੈਚੁਰਲ ਨੰਬਰਸ ਹੈ, ਸੈਟ ਆਫ ਹੋਲ ਨੰਬਰਸ ਹੈ, ਸੈਟ ਆਫ ਇੰਟੀਜਰਸ ਹੈ, ਇਹਨਾਂ ਸਾਰਿਆਂ ਦੇ ਨਾਲ ਇੱਕ जो लिखिया था इतने करली ब्रैकेट पाया मैं। ब्रैकेट जिहड़ा है मेरा, मैं स्क्वायर ब्रैकेट नहीं पाया, इहनूं स्क्वायर ब्रैकेट कहने असीं, ये आ वाला ब्रैकेट यूज कीता सी। सो सैट थ्योरी जो आपां करांगे ना, वो दसांगे कि किसी भी सैट नूं डिनोट करने वास्ते सानूं ये आ वाला नोटेशन यूज करना। ओके, तो सैट ऑफ इररेशनल। फिर रैशनल एंड इररेशनल टुगेदर दोनों का जो सैट है, यू तो मतलब है यूनियन। यूनियन का मतलब है दोनों, ए भी ते ए भी, दोनों को जोड़ के जो सैट बन गया साडे कोले, दैट इज योर रियल नंबर, सेट ऑफ रियल नंबर्स। दोनों ਅਸੀਂ r ਨਾਲ ਡਿਨੋਟ ਕਰਦੇ ਹਾਂ। so the number which is real, which is rational or which is irrational, both ਉਹਨੂੰ ਅਸੀਂ real numbers ਕਹਿੰਦੇ ਹਾਂ। ਇੱਥੋਂ ਤੱਕ ਤੁਸੀਂ ਕੀਤਾ। ਹੁਣ ਸਾਡੇ ਕੋਲ ਨਵੇਂ ਨੰਬਰਸ ਆਉਣਗੇ, ਕੰਪਲੈਕਸ ਨੰਬਰਸ ਕਹਿੰਦੇ ਉਹਨਾਂ ਨੂੰ ਅਸੀਂ। ਤੁਸੀਂ ਨਾ ਨਾਂ ਤਾਂ ਸੁਣਿਆ ਇੱਕ ਥਾਂ ਤੇ, ਜਦੋਂ ਤੁਸੀਂ ਕੁਆਡਰੇਟਿਕ ਇਕੁਏਸ਼ਨਸ ਕਰਦੇ ਸੀਗੇ, x + bx + c = 0, ਤਾਂ ਜਦੋਂ ਤੁਸੀਂ ਇਹਦਾ ਫਾਰਮੂਲਾ ਲਗਾਉਂਦੇ ਸੀਗੇ ਵੈਲਿਊ ਕੱਢਣ ਵਾਸਤੇ, ਕੀ ਹੁੰਦਾ ਸੀ? -b +- √d/4/2 ਸੌਰੀ ਹੁੰਦਾ ਸੀ ਨਾ। और उत्थे तुसीं एक गल कहंदे हुंदे सीगे कि if d is negative
then roots are non-real. बस ਇਹ ਕਹਿ ਕੇ ਛੱਡ ਦਿੰਦੇ ਸੀ ਅਸੀਂ, roots are non-real। ਜਾਂ ਕਈ ਬੁੱਕਸ ਵਾਲੇ roots are complex, ਇਹ ਕਹਿ ਦਿੰਦੇ ਸੀ ਛੱਡ ਦਿੰਦੇ। ਤਾਂ ਹੁਣ ਅਸੀਂ ਉਹ ਦੱਸਣ ਲੱਗੇ ਵੀ ਇਹ ਜਿਹੜੇ ਕੰਪਲੈਕਸ, ਕਿਉਂਕਿ ਉੱਥੇ ਤੁਸੀਂ ਪੜ੍ਹਿਆ ਨਹੀਂ ਸੀਗਾ ਇਸ ਕਰਕੇ ਛੱਡ ਦਿੰਦੇ ਸੀ। ਤਾਂ ਅਸੀਂ ਹੁਣ ਕਰਾਂਗੇ ਜੇ ਤੁਸੀਂ ਇਹ ਕੰਪਲੈਕਸ ਹੁੰਦੇ ਕਿਹੜੇ ਆ ਨੰਬਰਸ। ਸੋ ਲੈਟ ਮੀ ਕਮ ਟੂ ਦੈਟ। ਇਹ ਨੰਬਰ a number of the form a plus iota b, where a, b are real numbers. And what is iota? Iota is, ਇਹਨੂੰ ਅਸੀਂ ਲਿਖਦੇ ਆਏ ਹਾਂ, ਬੋਲਦੇ iota ਹੈਗੇ। iota is square root of -1। ਹੁਣ ਤੁਸੀਂ ਸੋਚੋ ਵੀ ਕੁਛ ਪਹਿਲਾਂ ਕਦੇ ਸੁਣਿਆ -1 ਦਾ ਸਕੁਅਰ ਰੂਟ ਕੀ ਹੁੰਦਾ? ਯੂ ਡੋਂਟ ਨੋ, ਕੋਈ ਵੀ ਨਹੀਂ ਜਾਣਦਾ ਸੀਗਾ 10th ਤੇ। ਹੁਣ ਅਸੀਂ ਇਹਨੂੰ ਇੱਕ ਸਿੰਬਲ ਦਿੱਤਾ ਹੈ ਰੂਟ, ਸਕੁਅਰ ਰੂਟ ਆਫ, ਕਿਉਂਕਿ ਨੈਗੇਟਿਵ ਨੰਬਰ ਦਾ ਸਕੁਅਰ ਰੂਟ ਸਾਡੇ ਕੋਲ ਹੁੰਦਾ ਹੀ ਨਹੀਂ ਸੀਗਾ, ਅਸੀਂ ਪੋਜ਼ਿਟਿਵ ਨੰਬਰ ਦਾ ਸਕੁਅਰ ਰੂਟ ਹੀ ਫਾਈਂਡ ਆਊਟ ਕੀਤੇ। ਤਾਂ ਨੈਗੇਟਿਵ ਨੰਬਰ ਦਾ ਸਕੁਅਰ ਰੂਟ ਫਾਈਂਡ ਆਊਟ ਕਰਨ ਵਾਸਤੇ ਅਸੀਂ ਇੱਕ ਨਵਾਂ ਸਿੰਬਲ ਇੰਟਰੋਡਿਊਸ ਕੀਤਾ ਹੈ, ਔਰ ਸਕੁਅਰ ਰੂਟ ਆਫ -1 ਨੂੰ ਅਸੀਂ ਕਿਹਾ ਆਇਟਾ ਹੈ। ਸੋ ਜਿਹੜਾ ਕੰਪਲੈਕਸ ਨੰਬਰ ਹੈ ਉਹ ਕੀ ਹੈ ਐਕਚੁਅਲੀ ਇਸ ਟਾਈਪ ਦਾ ਹੈ, a plus ਆਇਟਾ ਵੀ। ਜਿਹੜਾ ਇਹਦਾ ਆਹ ਵਾਲਾ ਪਾਰਟ ਹੈ ਜਿਹਦੇ ਨਾਲ ਆਇਟਾ ਨਹੀਂ ਲੱਗਿਆ ਹੋਇਆ ਉਹਨੂੰ ਅਸੀਂ ਇਸ ਰੀਅਲ ਪਾਰਟ ਆਫ ਦਾ ਕੰਪਲੈਕਸ ਨੰਬਰ ਕਹਿ ਦਿੰਦੇ ਹਾਂ, ਤੇ ਜਿਹੜਾ ਆਇਟਾ ਦੇ ਨਾਲ ਲੱਗਿਆ ਹੋਇਆ ਪਾਰਟ ਹੈ ਉਹਨੂੰ ਅਸੀਂ ਇਮੇਜਿਨਰੀ ਪਾਰਟ ਆਫ ਦਾ ਕੰਪਲੈਕਸ ਨੰਬਰ ਕਹਿ ਦਿੰਦੇ ਹਾਂ। ਹੋਰ ਲਿਖਦਾ ਜਨਰਲੀ ਅਸੀਂ ਇਹਨਾਂ ਦੇ ਨਾਂ ਲਿਖ ਦਿੰਦੇ ਹਾਂ, ਇਹਨੂੰ ਨਾ a plus ਆਇਟਾ ਵੀ ਲਿਖਣ ਦੀ ਬਜਾਏ ਅਸੀਂ ਇਹਨੂੰ z ਨਾਲ ਲਿਖ ਦਿੰਦੇ। ਜਿਵੇਂ z1 ਮੈਂ ਲਿਆ 3 plus say 7 iota, this is a complex number, and the real part of this complex number is how much? Real part ਨੂੰ ਅਸੀਂ re short ਦੇ ਵਿੱਚ ਲਿਖਦੇ ਹਾਂ, real of z1, real part of z1 is 3, and imaginary part ਨੂੰ ਅਸੀਂ imaginary part ਲਿਖਣ ਦੀ ਬਜਾਏ im of z ਲਿਖ ਦਿੰਦੇ ਹਾਂ, imaginary part of z, it is 7। ਆਇਟਾ ਨਹੀਂ ਨਾਲ ਲੈਣਾ, ਕੱਲਾ ਆਇਟਾ ਦੇ ਨਾਲ ਵਾਲਾ ਜਿਹੜਾ ਨੰਬਰ ਹੈ that is imaginary part. So this is real part of the complex number z1 and this is imaginary part of the complex number z1. So ਮੇਰੇ ਖਿਆਲ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਕਿ ਕੰਪਲੈਕਸ ਨੰਬਰ ਅਸੀਂ ਕਿਹਨੂੰ ਕਹਿੰਦੇ ਆ? ਜਿਹੜਾ ਨੰਬਰ ਇਸ ਟਾਈਪ ਦਾ ਹੈਗਾ, a plus ਆਇਟਾ ਵੀ ਟਾਈਪ ਦਾ, ਇਹਦੇ ਚ a ਤੇ b ਰੀਅਲ ਨੰਬਰ ਹੁੰਦੇ ਆ, ਤੇ ਆਇਟਾ ਜਿਹੜਾ ਹੈ ਉਹ ਸਾਡਾ ਸਕੁਅਰ ਰੂਟ ਆਫ -1 ਹੈ। ਤਾਂ ਇਹ ਪਾਰਟ ਨੂੰ ਅਸੀਂ ਰੀਅਲ ਪਾਰਟ ਕਹਿੰਦੇ ਹਾਂ, ਇਸ ਪਾਰਟ ਨੂੰ ਅਸੀਂ ਇਮੇਜਿਨਰੀ ਪਾਰਟ। ਮੇਰੇ ਖਿਆਲ ਸੌਖੀ ਗੱਲ ਹੈ, ਕੋਈ ਔਖਾ ਕੰਮ ਨਹੀਂ ਇੱਥੇ ਤੱਕ ਦਾ। ਕੋਈ ਮੁਸ਼ਕਿਲ ਗੱਲ, ਕੋਈ ਨਾ ਗੱਲ ਸਮਝ ਆਈ ਹੋਵੇ? समझ गए। ਹਾਂ, ਡੈਫੀਨੇਸ਼ਨ ਹੈ ਸਾਡੀ ਬਸ ਇਹ ਕਿ ਕੰਪਲੈਕਸ ਨੰਬਰ ਕਿਹਨੂੰ ਕਹਿੰਦੇ ਅਸੀਂ? this is called a complex number। ਹੋਰ ਲਓ, ਹੁਣ ਕੰਪਲੈਕਸ ਨੰਬਰਸ ਜੇ ਇੱਕ ਤੋਂ ਜ਼ਿਆਦਾ ਹੋਣ ਸਾਡੇ ਕੋਲ ਕੰਪਲੈਕਸ ਨੰਬਰਸ, ਤਾਂ ਅਸੀਂ ਕੀ ਕਰਦੇ ਹਾਂ? Let us how to compare two complex numbers. If we have two complex numbers, say 3 plus 2 iota, another is, let me take 5 plus 6 iota. So can we say whether z1 is greater than z2 or z1 is less than z2 or z1 is equal to z2? Can you say something about this? You can't, है ना? ਤੁਹਾਡੇ ਕੋਲ ਕੋਈ
ਤੁਹਾਨੂੰ ਪਤਾ ਹੀ ਨਹੀਂ ਕਿਸ ਤਰ੍ਹਾਂ ਕੰਪੇਅਰ ਕਰਨਾ ਇਹਨੂੰ, ਤੁਸੀਂ ਦੱਸ ਹੀ ਨਹੀਂ ਸਕਦੇ ਇਹਨਾਂ ਨੂੰ। ਸੋ ਐਕਚੁਅਲੀ ਕੰਪਲੈਕਸ ਨੰਬਰਸ ਦੇ ਵਿੱਚ ਗ੍ਰੇਟਰ ਦੈਨ ਤੇ ਲੈਸ ਦੈਨ ਤਾਂ ਹੋ ਹੀ ਨਹੀਂ ਸਕਦਾ। ਇਕੁਐਲਿਟੀ ਹੋ ਸਕਦੀ ਹੈ। ਇਕੁਐਲਿਟੀ ਕਿਸ ਤਰ੍ਹਾਂ ਹੋ ਸਕਦੀ ਹੈ? ਰੀਅਲ ਪਾਰਟ ਦੇ ਇਕੁਅਲ ਹੋ ਜਾਏ, ਇਮੈਜਿਨਰੀ ਪਾਰਟ ਦੇ ਇਕੁਅਲ ਹੋ ਜਾਏ, ਤਾਂ ਇਕੁਅਲ ਹੋ ਸਕਦੇ ਦੋਨੋਂ ਕੰਪਲੈਕਸ ਨੰਬਰਸ। ਸੋ ਫਿਰ ਇਹ ਤਾਂ ਇਕੁਅਲ ਹੈ ਨਹੀਂ ਸਾਡੇ। ਟੂ ਕੰਪਲੈਕਸ ਨੰਬਰਸ Z1 and Z2 are said to be STB equal if real of Z1 is equal to real of Z2 and imaginary of Z1 is equal to imaginary of Z2. So two complex numbers will be real equal only if their real parts are equal and imaginary parts are equal as well. जे real part ਤੇ equal है but imaginary part equal नहीं ਤਾਂ complex number equal नहीं, ਜਾਂ imaginary part equal ਹੈਗੇ real part equal नहीं ਤਾਂ complex numbers equal नहीं। ਤਾਂ ਹੁਣ ਅਸੀਂ ਇਸ ਦੇ ਉੱਤੇ ਇੱਕ ਕੁਐਸਚਨ ਕਰਦੇ ਹਾਂ, ਕਹਿੰਦਾ find x and y if 2x plus 3 iota y is equal to 4 plus 9 iota. We have to find out x and y. Now we have two complex numbers, one is on this side, another is on this side. We are given both sides, both are equal. Equality वास्ते ਅਸੀਂ ਉੱਪਰ ਕੀ ਕਿਹਾ ਸੀ, Z1 is equal to Z2 if real part is equal to real part and imaginary part is equal to imaginary part। ਤਾਂ ਹੁਣ ਤਾਂ ਸਾਨੂੰ ਕੀ ਕਿਹਾ ਹੋਇਆ ਨੇ, ਆ ਇਕੁਅਲ ਦਿੱਤੇ ਹੋਏ ਦੋਨੋਂ ਕੰਪਲੈਕਸ ਨੰਬਰ, ਤਾਂ ਫਿਰ ਕੀ ਹੋਊਗਾ, ਇਹਦਾ ਰੀਅਲ ਪਾਰਟ ਇਹਦੇ ਰੀਅਲ ਪਾਰਟ ਦੇ ਇਕੁਅਲ ਹੋਊਗਾ, therefore 2x must be equal to 4 and imaginary part, what is the imaginary part of this? John, what is the imaginary part of 3 iota y? 3y. It's 3y, very good. And imaginary part here is 9. iota नहीं लान लेना ਅਸੀਂ, ठीक है तीशा? तो x के ना है को 2, y के ना है को 3. So if x is 2 and y is 3, then this complex number will be equal to this complex number. So मेरे ख्याल ठीक है जी। और कर देने एक अदा क्वेश्चन इस तरह का, we are given 2x minus 1 plus iota y plus 7 is equal to 1 plus 2 iota. So now this complex number is equal to this complex number. तो फिर की होगा, ये कदों पॉसिबल है ये complex number दे इक्वल, ਜਦੋਂ real part real ਦੇ equal ਹੋ ਜਾਊ imaginary part imaginary, this must be equal to 1, this must be equal to 2. So real part ਇਹਦਾ ਕਿੰਨਾ ਹੈਗਾ, 2x minus 1 should be equal to 1 and imaginary part is y plus 7 should be equal to 2. From here we get x is equal to 2x is equal to 2 and y is equal to 2 minus 7. X is equal to 1 and y is equal to minus 5. बड़ा आंसर आ गया है। 2 मिनट बस और करांगे ਅਸੀਂ। वेरी सिंपल बच्चों वाला काम है, how to add two complex numbers. We have two complex number, one is say 2 plus 3 iota, another is say 6 minus 5 iota. Then how to add these two? जब प्लस ही कर लो चलो। How to add two? How to add two complex numbers? ਤੁਸੀਂ ਕਿਸ ਤਰ੍ਹਾਂ ਐਡ ਕਰੋਗੇ, ਇਹਦੇ ਵਿੱਚ ਆ ਐਡ ਕਰ ਲਾਂਗੇ, ਇਹ ਐਡ ਕਰ ਲਾਂਗੇ ਬਸ। ਜੇ ਤੁਹਾਡੇ ਕੋਲ 5 ਐਪਲਸ plus 4 oranges ਹੋਣ, ਤੁਹਾਨੂੰ ਕਹੋ 3 ਐਪਲਸ plus 7 oranges ਐਡ ਕਰਨੇ ਆ ਅਸੀਂ ਇਹਦੇ ਵਿੱਚ, ਤਾਂ ਐਪਲਸ ਵਿੱਚ ਐਪਲਸ ਐਡ ਹੋ ਜਾਣਗੇ, oranges ਵਿੱਚ oranges ਐਡ ਹੋ ਜਾਣਗੇ ਬਸ। So we will having 8 plus 8 apples
and 11 oranges. So similarly here, real part will be added to real part, imaginary part will be added to imaginary part. So you will get this is equal to 8 plus 8 at. If I want to subtract z1 minus z2, the real part minus real part, imaginary part minus imaginary part. What is this? 2 minus 6 minus 4, 3 iota minus 5 iota, minus 2 iota. तो मुश्किल गल है, बच्चे वाला काम है ना, ऐड करना सबट्रैक्ट करना, मल्टीप्लाई करना भी इसी तरह ही बिल्कुल। ਜੇ ਤੁਸੀਂ ਮਲਟੀਪਲਾਈ ਕਰਨਾ z1 z2 ਨੂੰ, ਤਾਂ ਜਿਸ ਤਰ੍ਹਾਂ ਅਸੀਂ ਛੋਟੀਆਂ ਕਲਾਸਾਂ ਵਿੱਚ ਕਰਦੇ ਰਹੇ ਹਾਂ ਉਸ ਤਰ੍ਹਾਂ ਇੱਥੇ ਆ ਜਾਊਗਾ। ਮਲਟੀਪਲਾਈ ਕਰੋ, ਇਹਨੂੰ ਇਹਦੇ ਨਾਲ ਮਲਟੀਪਲਾਈ ਕਰਾਂਗੇ ਅਸੀਂ। 12 plus 10 iota, 18 iota plus 15 iota square. 12, 10 iota plus 18 iota, 28 iota हो गया था, है ना? So plus 15. What is iota square? Iota square, iota की सी साडा square root of -1. The iota square के नाम squaring both sides -1. हाँ, iota square की वैल्यू -1 है, तो ਅਸੀਂ iota square की वैल्यू -1 पुट कर देने। 12 plus 28 iota -15 नहीं हो गया है, iota की वैल्यू -1 लेके 12 minus 15 minus 3 plus 28 iota, मल्टीप्लिकेशन होगी दोनों की। सो ऐड करना है, रियल पार्ट रियल करता, इमेजिनरी पार्ट इमेजिनरी करता। सबट्रैक्ट करना है, तो रियल जो रियल माइनस करना है, इमेजिनरी जो इमेजिनरी माइनस करना है। ਤੁਸੀਂ ਮਲਟੀਪਲਾਈ ਕਰਨਾ ਹੈ ਤਾਂ ਜਿਸ ਤਰ੍ਹਾਂ ਅਸੀਂ ਬ੍ਰੈਕਟ ਖੋਲ ਕੇ ਪਹਿਲਾਂ ਮਲਟੀਪਲੀਕੇਸ਼ਨ ਕਰ ਦੇ ਰਹੇ ਹਾਂ ਉਸ ਤਰ੍ਹਾਂ ਤੇ ਮਲਟੀਪਲੀਕੇਸ਼ਨ ਕਰ ਦੇਣੀ ਹੈ। ਤਾਂ ਔਖੀ ਗੱਲ ਹੈ ਇੱਥੋਂ ਤੱਕ ਕੁਝ ਵੀ। ਇਹ ਕੰਪਲੈਕਸ ਨੰਬਰਸ ਨਹੀਂ ਹੈਗੇ। ਅਸੀਂ ਜੋ ਹਾਇਰ ਜੋ ਤੁਹਾਡੇ ਜੇਈ ਮੇਨ ਵਾਸਤੇ ਕਰਾਂਗੇ ਨਾ, +1 ਵਾਸਤੇ ਠੀਕ ਹੈ, ਕੋਈ ਗੱਲ ਨਹੀਂ ਹੈ, ਇੰਨਾ ਕੀ ਬਹੁਤ ਹੈਗਾ। ਬਟ ਜੇਈ ਮੇਨ ਵਾਸਤੇ ਜਦੋਂ ਅਸੀਂ ਤਿਆਰੀ ਕਰਾਂਗੇ ਉਦੋਂ ਅਸੀਂ ਕੁਝ ਇਹਦੀਆਂ ਹੋਰ ਗੱਲਾਂ ਕਰਾਂਗੇ। ਇਹ ਤਾਂ ਸਿੰਪਲ ਜਿਹੀਆਂ ਬੱਚਿਆਂ ਵਾਲੀਆਂ ਗੱਲਾਂ ਨੇ, ਇਹ ਤਾਂ ਇੱਕ ਲੈਕਚਰ ਦੇ ਵਿੱਚ ਹੀ ਹੋ ਜਾਂਦਾ ਤੁਹਾਡਾ ਸਾਰਾ ਕੰਪਲੈਕਸ ਨੰਬਰਸ। ਤਾਂ ਤੁਸੀਂ ਇੱਕ ਆਇਟਾ ਦੀਆਂ ਪਾਵਰਸ ਲੈ ਕੇ ਦੇਖ ਸਕਦੇ ਹੋ। ਜਿਵੇਂ ਹੁਣ ਉਹਨੇ ਦੇਖਿਆ ਸੀ ਨਾ, ਆਇਟਾ ਸਕੁਅਰ ਕਿੰਨਾ ਆ ਗਿਆ -1, आयटा क्यूब कितना हो जाएगा? मैंने आयटा स्क्वायर इंटू आयटा लिख लो, है ना? आयटा स्क्वायर -1 है, -1 इंटू आयटा माइनस आयटा हो गया। सो आयटा स्क्वायर इज -1, आयटा क्यूब इज माइनस आयटा। सिमिलरली आयटा 4 ले सकता मैं, आयटा 4 में मैं आयटा स्क्वायर इंटू आयटा स्क्वायर लिख लो, आयटा स्क्वायर -1 इंटू -1, तो 1 आ गया भाई आयटा 4। सो मेरे को आयटा 4 की वैल्यू 1 आ गई पावर्स ऑफ आयटा वास्ते। then comes see 4 हायर पावर्स लेनी हो, जैसे आ गया ना, इन्हें बड़ा वधिया कर देना हुन साडे वास्ते, बड़ा सौखा काम कर देना। जे मैं आयटा 2 पावर 20 लेना होवे, इन्हें मैं आयटा 2 पावर 4 2 पावर 5 नहीं लिख सकता। 20 हो गया 5 into 4। अच्छा आयटा 2 1 4 दी वैल्यू 1 है साडे कोल, सो 1 2 पावर 5 1 आ जाएगा। सो आयटा 2 पावर 20 वैल्यू 1, आयटा 2 पावर 60 ले ला मैं, तो ਇਹ ਵੀ 4 ਤੇ ਡਿਵਾਈਡ ਹੁੰਦਾ ਨਾ, ਜਿਹੜਾ ਵੀ 4 ਤੇ ਡਿਵਾਈਡ ਹੋਊਗਾ ਉਹਨੂੰ ਅਸੀਂ ਇਸ ਤਰ੍ਹਾਂ ਲਿਖ ਲਾਂਗੇ, ਔਰ ਆਇਟਾ ਟੂ ਪਾਵਰ 4 1 ਆ ਜਾਊਗਾ, 1 ਟੂ ਪਾਵਰ 15 1 ਆ ਜਾਊਗਾ। ਸੋ ਆਇਟਾ ਦੀ ਪਾਵਰ ਜਦੋਂ ਵੀ ਤੁਹਾਡੇ ਕੋਲ 4 ਦਾ ਮਲਟੀਪਲ ਹੋਊਗੀ ਤਾਂ ਉਹਦੇ ਨਾਲ ਕੀ ਆਊਗਾ, ਤੁਹਾਡੇ ਕੋਲ ਵੈਲਿਊ 1 ਹੋ ਜਾਊਗੀ। ਆਇਟਾ ਦੀ ਜਿੰਨੀ ਮਰਜ਼ੀ ਪਾਵਰ ਹੋਵੇ, ਜੇ ਉਹ ਪਾਵਰ 4 ਦਾ ਮਲਟੀਪਲ ਹੈ ਤਾਂ ਇਟ ਵਿਲ ਬੀ 1। ਆਇਟਾ ਟੂ ਪਾਵਰ 1000 कितना होएगा 1, आयटा टू पावर 260 कितना होएगा 1, क्योंकि 264 ਦਾ ਮਲਟੀਪਲ ਹੈ। ਜਦੋਂ ਵੀ ਤੁਹਾਡੇ ਕੋਲ ਆਇਟਾ ਦੀ ਪਾਵਰ 4 ਦਾ ਮਲਟੀਪਲ ਆਏਗੀ ਤਾਂ 1 ਹੋ ਜਾਊਗਾ। ਦਿਖਾਇਆ ਨਾ ਤੁਹਾਨੂੰ, ਜਿਵੇਂ 4 ਦਾ ਮਲਟੀਪਲ 24 ਦਾ ਮਲਟੀਪਲ ਸੀ ਤਾਂ ਇਸ ਤਰ੍ਹਾਂ ਲਿਖ ਲਿਆ ਸੀ, ਐਸੇ ਤਰ੍ਹਾਂ ਹੀ 64 ਦਾ ਮਲਟੀਪਲ ਸੀ ਤਾਂ ਇਸ ਤਰ੍ਹਾਂ ਲਿਖ ਲਿਆ ਸੀ ਇਹਨੂੰ। ਸੋ ਜਦੋਂ ਵੀ ਤੁਹਾਡੇ ਕੋਲ 4 ਦਾ ਮਲਟੀਪਲ ਹੋਊਗਾ ਤਾਂ ਉਹਦੀ ਵੈਲਿਊ 1 ਹੋਏਗੀ। ਜੇ 4 ਦਾ ਮਲਟੀਪਲ ਨਹੀਂ ਹੋਊਗਾ, ਆਇਟਾ ਟੂ ਪਾਵਰ 15 ਹੋਵੇ ਸਪੋਜ਼ ਤੁਹਾਡੇ ਕੋਲ, ਤਾਂ ਅਸੀਂ ਕੀ ਕਰਾਂਗੇ, 4 ਤੇ ਡਿਵਾਈਡ ਕਰ ਲੈਂਦੇ,
4 ਤੇ ਡਿਵਾਈਡ ਕਰਕੇ ਰਿਮਾਈਂਡਰ ਕਿੰਨਾ ਆਇਆ 3 ਤਾਂ ਅਸੀਂ ਨੂੰ ਆਈਟਾ ਟੂ ਪਾਵਰ 3 ਅਲੱਗ ਕਰ ਲੈਣਾ ਆਈਟਾ ਟੂ ਪਾਵਰ 12 ਅਲੱਗ ਕਰ ਲੈਣੇ ਜਿਹੜਾ ਰਿਮਾਈਂਡਰ ਵਾਲਾ ਹੈਗਾ ਉਹ ਪਾਰਟ ਵੱਖਰਾ ਕਰ ਲੈਣਾ ਹੁਣ ਫਿਰ ਦੇਖੋਗੇ ਤੁਹਾਡਾ ਆ ਕੀ ਬਣ ਗਿਆ ਇਹ ਤਾਂ 12 ਤਾਂ 4 ਦਾ ਮਲਟੀਪਲ ਹੈ ਅਸੀਂ ਲੈਤੇ ਇਸ ਟਾਈਮ ਤਾਂ 4 ਦਾ ਮਲਟੀਪਲ ਹੈ ਤਾਂ ਇਹਦੀ ਵੈਲਿਊ 1 ਆ ਤਾਂ 1 ਹੋ ਗਿਆ आइटा क्यूब की वैल्यू ਆਪਾਂ ਪਹਿਲੇ ਫਾਈਂਡ ਆਊਟ ਕੀਤੀ ਹੋਈ ਹੈ ਮਾਈਨਸ ਆइटा ਸੋ ਦਿਸ ਇਜ਼ ਮਾਈਨਸ आइटा ਆਨਸਰ ਇਜ਼ ਮਾਈਨਸ आइटा ਤੁਹਾਡੇ ਕੋਲੇ ਗੱਲ ਕੀ ਜਦੋਂ ਵੀ ਤੁਸੀਂ ਆइटा ਦੀ ਪਾਵਰ ਲਓਗੇ ਜਿੰਨੀ ਮਰਜ਼ੀ ਪਾਵਰ ਲੈ ਲਓ ਉਹ ਇੱਕ ਲਾਈਨ ਦੇ ਵਿੱਚ ਹੀ ਆ ਜਾਊਗੀ आइटा ਬਟ 2 5 3 ਸਪੋਜ਼ਾ ਲੈਣਾ ਕੀ ਕਰੋ ਇਹਨੂੰ 4 ਤੇ ਡਿਵਾਈਡ ਕਰੋ 4 ਤੇ ਡਿਵਾਈਡ ਕਰਕੇ ਕਿੰਨਾ ਰਿਮਾਈਂਡਰ ਆਇਆ ਦੇਖੋ ਜ਼ਰਾ आइटा ਬਟ 2 15 it is remainder is 1 so in my 252 into 5 to power 1 लिख लो चेक कर लो 252 4 से डिवाइड होगा ना तो हम आता 4 ਦਾ ਮਲਟੀਪਲ ਹੈ ਆਈਟਾ ਦੀ ਪਾਵਰ ਜਦੋਂ ਵੀ 4 ਦਾ ਮਲਟੀਪਲ ਹੁੰਦੀ ਹੈ ਉਹ 1 ਹੀ ਹੋ ਜਾਂਦਾ ਸੋ ਆਤਾ ਸਾਰਾ 1 ਹੋ ਜਾਊਗਾ ਸੋ ਸਾਡਾ ਆ ਗਿਆ 1 into ਆਈਟਾ that is ਆਈਟਾ ਗੱਲ ਕੀ ਜਦੋਂ ਵੀ ਤੁਹਾਡੇ ਕੋਲ ਆਈਟਾ ਦੀ ਪਾਵਰ ਜਿੰਨੀ ਮਰਜ਼ੀ ਲੈਣੀ ਹੈ 1031 ਸਿੰਪਲੀ ਜਿੰਨੀ ਆਈਟਾ ਇਹਨੂੰ 4 ਤੇ ਡਿਵਾਈਡ ਕਰਨ ਤੋਂ ਬਾਅਦ ਜਿੰਨੀ ਰਿਮਾਈਂਡਰ ਆ ਜਾਊਗਾ ਉਨਾ ਹੀ ਆਈਟਾ ਦੀ ਪਾਵਰ ਆਊਗੀ ਸਾਡੇ ਕੋਲ ਇਹਦੇ ਚ ਜੇ ਤੁਸੀਂ 1031 ਨੂੰ 4 ਤੇ ਡਿਵਾਈਡ ਕਰਦੇ ਹੋ ਤਾਂ ਰਿਮਾਈਂਡਰ ਕਿੰਨਾ ਆਉਂਦਾ ਪਿਆ 3 ਤੇ ਇਹਦਾ ਆਨਸਰ ਆਈਟਾ ਟੂ ਪਾਵਰ 3 ਆਊਗਾ ਦੇਖ ਲੈਣੇ ਅਸੀਂ ਕਿਉਂ ਆਊਗਾ ਇਹਨੂੰ ਅਸੀਂ ਲਿਖਦੇ ਹਾਂ ਐਸ 1031 ਨੂੰ ਆਈਟਾ ਟੂ ਪਾਵਰ 1028 into आइटा टू पावर 3 हाँ की आ गया थोड़ा 4 दा मल्टीपल आ गया 4 दा मल्टीपल आ गया तो इन्होंने आइटा टू पावर 4 टू पावर 2 5 7 लिख लूंगा into आइटा आ क्योंकि 1 आ गया मेरा 1 टू पावर 257 into आइटा क्यूब तो 1 ही आ गया फिर आइटा क्यूब आ गया तो नहीं कैसे आइटा क्यूब होगा सो जिन्नी मर्जी पावर है ਤੁਹਾਡੇ ਕੋਲ ਆਈਟਾ ਦੀ ਜਸਟ ਕੀ ਕਰਨਾ ਤੁਸੀਂ ਉਹਨੂੰ ਪਾਵਰ ਨੂੰ 4 ਤੇ ਡਿਵਾਈਡ ਕਰ ਲਓ ਜਿੰਨਾ ਰਿਮਾਈਂਡਰ ਆ ਗਿਆ ਉਹਨਾਂ ਆਈਟਾ ਦੀ ਪਾਵਰ ਉਹਦਾ ਆਨਸਰ ਆਏਗਾ ਠੀਕ ਹੈ ਜੀ ਸੌਖਾ ਹੀ ਸੀ ਗੱਲ ਓਕੇ ਅੱਗੇ ਸਮਝ ਸੌਖਾ ਹੀ ਹੈ ਸਰ ਸੌਖਾ ਹੀ ਹੈ ਨਾ ਹਾਂ ਸੋ ਤੁਸੀਂ ਕੰਪਲੈਕਸ ਨੰਬਰਸ ਦਾ ਨਾ ਮੈਂ ਤੁਹਾਨੂੰ ਦੱਸਦਾ